ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਨਿਊ ਜਰਸੀ ਦੇ ਆਈਸ ਡਿਟੈਂਸ਼ਨ ਸੈਂਟਰ ਬਾਹਰ ਤਣਾਅ ਵਧਿਆ। ਟਰੰਪ ਦੇ ਨਵੇਂ ਗ੍ਰੀਨ ਕਾਰਡ ਨਿਯਮ ਦੇ ਨਾਲ ਇਮੀਗ੍ਰੈਂਟਸ 'ਚ ਡਰ, ਹਜ਼ਾਰਾਂ ਭਾਰਤੀ ਪਰਿਵਾਰ ਚਿੰਤਾ 'ਚ। ਟਰੰਪ ਸਰਕਾਰ ਦੀ ਨਵੀਂ ਗ੍ਰੀਨ ਕਾਰਡ ਨੀਤੀ ਦਾ ਵਿਰੋਧ। ਈਰਾਨ ਦੇ ਸੰਵਰਧਿਤ ਯੂਰੇਨੀਅਮ ਨੂੰ ਨਸ਼ਟ ਕਰਨ ਦੀ ਯੋਜਨਾ ਤੇ ਟਰੰਪ ਦਾ ਵੱਡਾ ਬਿਆਨ। ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲੱਗਿਆ ਕਰਫਿਊ। ਡੈਮੋਕ੍ਰੈਟਿਕ ਪਾਰਟੀ ਨੂੰ ਨਵੀਂ ਲੀਡਰਸ਼ਿਪ ਦੀ ਲੋੜ। ਟਰੰਪ ਦੀ ਸਿਹਤ ਨੂੰ ਲੈ ਕੇ ਮੁੜ ਚਰਚਾ ਤੇਜ਼। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਦੇ ਨਿਊ ਜਰਸੀ ਵਿੱਚ ਸਥਿਤ ਇੱਕ ਆਈਸ ਡਿਟੈਂਸ਼ਨ ਸੈਂਟਰ ਨੂੰ ਲੈ ਕੇ ਹਾਲਾਤ ਕਾਫੀ ਤਣਾਅਪੂਰਨ ਬਣ ਗਏ ਹਨ। ਡਿਟੈਂਸ਼ਨ ਸੈਂਟਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਅਤੇ ਆਈਸ ਏਜੰਟਾਂ ਵਿਚਾਲੇ ਝੜਪਾਂ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜਦਕਿ ਅੰਦਰ ਬੰਦ ਸੈਂਕੜੇ ਇਮੀਗ੍ਰੈਂਟਾਂ ਨੇ ਭੁੱਖ ਹੜਤਾਲ ਅਤੇ ਵਰਕ ਸਟ੍ਰਾਈਕ ਸ਼ੁਰੂ ਕਰ ਦਿੱਤੀ ਹੈ। ਡਿਟੇਨੀ ਦਾ ਦੋਸ਼ ਹੈ ਕਿ ਉਹਨਾਂ ਦੇ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਡਿਟੈਂਸ਼ਨ ਫੈਸਿਲਿਟੀ ਵਿੱਚ ਹਾਲਾਤ ਬਹੁਤ ਮਾੜੇ ਹਨ। ਇਸ ਮਾਮਲੇ ਨੇ ਹੁਣ ਸਿਆਸੀ ਰੂਪ ਵੀ ਧਾਰ ਲਿਆ। ਨਿਊ ਜਰਸੀ ਦੇ ਗਵਰਨਰ ਅਤੇ ਕਈ ਡੈਮੋਕ੍ਰੈਟਿਕ ਸੈਨੇਟਰਸ ਨੇ ਫੈਡਰਲ ਸਰਕਾਰ ਤੋਂ ਇਸ ਡਿਟੈਂਸ਼ਨ ਫੈਸਿਲਿਟੀ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਇਮੀਗ੍ਰੈਂਟਾਂ ਨੂੰ ਨਾਲ ਹੋ ਰਹੇ ਉਹਨਾਂ ਦੇ ਨਾਲ ਸਲੂਕ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਅਤੇ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ ਦੀ ਉਲੰਘਣਾ ਹੋ ਰਹੀ ਹੈ। ਦੂਜੇ ਪਾਸੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਸਾਰੇ ਦੋਸ਼ ਰੱਦ ਕਰ ਦਿੱਤੇ ਹਨ। DHS ਅਤੇ ਆਈਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਡਿਟੈਂਸ਼ਨ ਸੈਂਟਰਾਂ ਵਿੱਚ ਸੁਰੱਖਿਆ, ਖਾਣ ਪੀਣ ਅਤੇ ਮੈਡੀਕਲ ਸਹੂਲਤਾਂ ਦੇ ਪੂਰੇ ਇੰਤਜ਼ਾਮ ਹਨ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਮਾਮਲੇ ਨੂੰ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ ਹੈ। ਰਿਪੋਰਟਾਂ ਦੇ ਮੁਤਾਬਕ ਡਿਟੈਂਸ਼ਨ ਸੈਂਟਰ ਦੇ ਬਾਹਰ ਕਈ ਇਮੀਗ੍ਰੇਸ਼ਨ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਵੱਡਾ ਪ੍ਰਦਰਸ਼ਨ ਕੀਤਾ। ਕੁਝ ਥਾਵਾਂ ਤੇ ਪ੍ਰਦਰਸ਼ਨਕਾਰੀਆਂ ਅਤੇ ਫੈਡਰਲ ਏਜੰਟਾਂ ਵਿਚਾਲੇ ਧੱਕਾ ਮੁੱਕੀ ਅਤੇ ਤਣਾਅ ਵਾਲੇ ਦ੍ਰਿਸ਼ ਵੀ ਵੇਖਣ ਨੂੰ ਮਿਲੇ। ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਹਾਲਾਤ ਕਾਬੂ ਕਰਨ ਲਈ ਵਾਧੂ ਤੈਨਾਤੀ ਕਰਨੀ ਪਈ। ਅੰਦਰ ਬੰਦ ਡਿਟੇਨੀਜ਼ ਦਾ ਦਾਅਵਾ ਹੈ ਕਿ ਉਹਨਾਂ ਨੂੰ ਸਮੇਂ ਤੇ ਮੈਡੀਕਲ ਸਹਾਇਤਾ ਨਹੀਂ ਮਿਲ ਰਹੀ, ਖਾਣੇ ਦੀ ਗੁਣਵੱਤਾ ਮਾੜੀ ਹੈ ਅਤੇ ਕਈ ਲੋਕ ਲੰਬੇ ਸਮੇਂ ਤੋਂ ਅਨਿਸ਼ਚਿਤਤਾ ਵਿੱਚ ਬੰਦ ਹਨ। ਇਸ ਦੇ ਵਿਰੋਧ ਵਿੱਚ ਕਈ ਇਮੀਗ੍ਰੈਂਟਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਡਿਟੈਂਸ਼ਨ ਸੈਂਟਰ ਦੇ ਅੰਦਰ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਹ ਮਾਮਲਾ ਉਸ ਵੇਲੇ ਹੋਰ ਗੰਭੀਰ ਬਣ ਗਿਆ ਜਦੋਂ ਕੁਝ ਸਿਵਲ ਰਾਈਟਸ ਗਰੁੱਪਾਂ ਨੇ ਫੈਡਰਲ ਸਰਕਾਰ ਤੋਂ ਤੁਰੰਤ ਜਾਂਚ ਦੀ ਮੰਗ ਕੀਤੀ। ਇਮੀਗ੍ਰੇਸ਼ਨ ਐਕਟਿਵਿਸਟਾਂ ਦਾ ਇਹ ਕਹਿਣਾ ਹੈ ਕਿ ਡਿਟੈਂਸ਼ਨ ਸੈਂਟਰਾਂ ਵਿੱਚ ਬੰਦ ਲੋਕਾਂ ਨਾਲ ਇਨਸਾਨੀ ਤਰੀਕੇ ਨਾਲ ਪੇਸ਼ ਆਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਜੇਕਰ ਹਾਲਾਤ ਨਾ ਸੁਧਰੇ ਤਾਂ ਦੇਸ਼ ਭਰ ਵਿੱਚ ਹੋਰ ਵੱਡੇ ਪ੍ਰਦਰਸ਼ਨ ਹੋ ਸਕਦੇ ਹਨ। ਇਸ ਸਾਰੀ ਸਥਿਤੀ ਨੇ ਮੁੜ ਇੱਕ ਵਾਰ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ, ਡਿਟੈਂਸ਼ਨ ਸੈਂਟਰਾਂ ਦੇ ਪ੍ਰਬੰਧ ਅਤੇ ਮਨੁੱਖੀ ਅਧਿਕਾਰਾਂ ਤੇ ਵੱਡੀ ਚਰਚਾ ਛੇੜ ਦਿੱਤੀ ਹੈ। ਅਮਰੀਕਾ 'ਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਲਈ ਟਰੰਪ ਪ੍ਰਸ਼ਾਸਨ ਦੀ ਨਵੀਂ ਗ੍ਰੀਨ ਕਾਰਡ ਨੀਤੀ ਵੱਡੀ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ। ਨਵੇਂ ਨਿਯਮਾਂ ਦੇ ਮੁਤਾਬਕ ਹੁਣ ਕਈ ਲੋਕਾਂ ਨੂੰ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਤੋਂ ਪਹਿਲਾਂ ਅਮਰੀਕਾ ਛੱਡ ਕੇ ਆਪਣੇ ਦੇਸ਼ ਵਾਪਸ ਜਾਣਾ ਪੈ ਸਕਦਾ ਹੈ। ਇਸ ਖਬਰ ਤੋਂ ਬਾਅਦ ਖਾਸ ਕਰਕੇ ਭਾਰਤੀ, ਪੰਜਾਬੀ ਅਤੇ H1B ਵੀਜ਼ਾ ਤੇ ਰਹਿ ਰਹੇ ਪ੍ਰਵਾਸੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਇਹ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਅਮਰੀਕਾ ਤੋਂ ਬਾਹਰ ਜਾਂਦਾ ਹੈ ਤਾਂ ਉਸ ਦੀ ਵਾਪਸੀ ਦੀ ਕੋਈ ਗਾਰੰਟੀ ਨਹੀਂ ਹੋਵੇਗੀ। ਕਈ ਲੋਕਾਂ ਨੂੰ ਮੁੜ ਵੀਜ਼ਾ ਇੰਟਰਵਿਊ, ਲੰਬੀ ਜਾਂਚ ਅਤੇ ਸਾਲਾਂ ਦੇ ਇੰਤਜ਼ਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਹਜ਼ਾਰਾਂ ਪਰਿਵਾਰਾਂ ਦੇ ਟੁੱਟਣ ਦਾ ਖਤਰਾ ਵੀ ਵੱਧ ਗਿਆ ਹੈ। ਸਭ ਤੋਂ ਵੱਧ ਚਿੰਤਾ ਉਹਨਾਂ ਲੋਕਾਂ ਵਿੱਚ ਹੈ ਜੋ ਸਾਲਾਂ ਤੋਂ ਅਮਰੀਕਾ ਵਿੱਚ ਨੌਕਰੀ ਕਰ ਰਹੇ ਹਨ ਅਤੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ। ਭਾਰਤੀ IT ਕਰਮਚਾਰੀ, ਵਿਦਿਆਰਥੀ ਅਤੇ ਵਰਕ ਵੀਜ਼ਾ ਹੋਲਡਰ ਹੁਣ ਡਰੇ ਹੋਏ ਹਨ ਕਿ ਕਿਤੇ ਇੱਕ ਨਵਾਂ ਨਿਯਮ ਉਹਨਾਂ ਦੀ ਸਾਲਾਂ ਦੀ ਮਿਹਨਤ ਤੇ ਪਾਣੀ ਨਾ ਫੇਰ ਦੇਵੇ। ਕਈ ਪ੍ਰਵਾਸੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਘਰ, ਗੱਡੀਆਂ ਅਤੇ ਬੱਚਿਆਂ ਦੀ ਪੜ੍ਹਾਈ ਲਈ ਵੱਡੇ ਖਰਚੇ ਕੀਤੇ ਹਨ। ਹੁਣ ਜੇ ਉਹਨਾਂ ਨੂੰ ਅਚਾਨਕ ਦੇਸ਼ ਛੱਡਣਾ ਪਿਆ ਤਾਂ ਨਾ ਸਿਰਫ ਨੌਕਰੀ ਜਾਵੇਗੀ, ਸਗੋਂ ਪਰਿਵਾਰਕ ਜ਼ਿੰਦਗੀ ਵੀ ਪ੍ਰਭਾਵਿਤ ਹੋ ਸਕਦੀ ਹੈ। ਕੁਝ ਲੋਕਾਂ ਨੂੰ ਇਹ ਵੀ ਡਰ ਹੈ ਕਿ ਅਮਰੀਕਾ ਤੋਂ ਬਾਹਰ ਜਾਣ ਤੋਂ ਬਾਅਦ ਉਹ ਮੁੜ ਕਦੇ ਵਾਪਸ ਨਾ ਆ ਸਕਣ। USCIS ਵੱਲੋਂ ਇਹ ਕਿਹਾ ਗਿਆ ਹੈ ਕਿ ਕੁਝ ਖਾਸ ਕੇਸਾਂ ਵਿੱਚ ਛੂਟ ਦਿੱਤੀ ਜਾ ਸਕਦੀ ਹੈ, ਪਰ ਮਾਹਰਾਂ ਦਾ ਇਹ ਮੰਨਣਾ ਹੈ ਕਿ ਨਵੀਂ ਨੀਤੀ ਨਾਲ ਅਨਿਸ਼ਚਿਤਤਾ ਅਤੇ ਡਰ ਕਾਫੀ ਵੱਧ ਗਿਆ ਹੈ।
ਇਮੀਗ੍ਰੇਸ਼ਨ ਦਫ਼ਤਰਾਂ ਦੇ ਬਾਹਰ ਸਲਾਹ ਲਈ ਲੋਕਾਂ ਦੀ ਭੀੜ ਵੱਧ ਰਹੀ ਹੈ ਅਤੇ ਸੋਸ਼ਲ ਮੀਡੀਆ ਤੇ ਵੀ ਪ੍ਰਵਾਸੀਆਂ ਵਿਚਾਲੇ ਚਿੰਤਾ ਭਰੀ ਚਰਚਾ ਚੱਲ ਰਹੀ ਹੈ। ਟਰੰਪ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਇਹ ਕਦਮ ਇਮੀਗ੍ਰੇਸ਼ਨ ਸਿਸਟਮ ਨੂੰ ਸਖਤ ਬਣਾਉਣ ਦੇ ਲਈ ਲਿਆ ਗਿਆ ਹੈ, ਪਰ ਦੂਜੇ ਪਾਸੇ ਪ੍ਰਵਾਸੀ ਭਾਈਚਾਰਾ ਇਸ ਨੂੰ ਕਾਨੂੰਨੀ ਇਮੀਗ੍ਰੈਂਟਸ ਲਈ ਸਭ ਤੋਂ ਵੱਡਾ ਝਟਕਾ ਕਰਾਰ ਦੇ ਰਿਹਾ ਹੈ। ਹੁਣ ਲੱਖਾਂ ਲੋਕਾਂ ਦੀ ਨਜ਼ਰ ਅਮਰੀਕੀ ਸਰਕਾਰ ਦੇ ਅਗਲੇ ਫੈਸਲੇ ਤੇ ਟਿਕੀ ਹੋਈ ਹੈ। ਅਮਰੀਕਾ ਵਿੱਚ ਗ੍ਰੀਨ ਕਾਰਡ ਪ੍ਰਕਿਰਿਆ ਨਾਲ ਜੁੜੀ ਟਰੰਪ ਪ੍ਰਸ਼ਾਸਨ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਭਾਰਤੀ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਨੇ ਇਸ ਨੀਤੀ ਦਾ ਤਿੱਖਾ ਵਿਰੋਧ ਕਰਦਿਆਂ ਇਹ ਕਿਹਾ ਕਿ ਇਹ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਹਜ਼ਾਰਾਂ ਲੋਕਾਂ ਲਈ ਡਰ, ਅਨਿਸ਼ਚਿਤਤਾ ਅਤੇ ਮੁਸ਼ਕਲਾਂ ਪੈਦਾ ਕਰੇਗੀ। ਦਰਅਸਲ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਵੱਲੋਂ ਜਾਰੀ ਨਵੇਂ ਮੈਮੋ ਦੇ ਮੁਤਾਬਕ ਹੁਣ ਅਮਰੀਕਾ ਵਿੱਚ ਅਸਥਾਈ ਵੀਜ਼ੇ ਤੇ ਰਹਿ ਰਹੇ ਬਹੁਤ ਸਾਰੇ ਲੋਕਾਂ ਨੂੰ ਗ੍ਰੀਨ ਕਾਰਡ ਲਈ ਆਪਣੇ ਦੇਸ਼ ਵਾਪਸ ਜਾ ਕੇ ਅਰਜ਼ੀ ਦੇਣੀ ਪੈ ਸਕਦੀ ਹੈ। ਨਵੀਂ ਨੀਤੀ ਦੇ ਅਨੁਸਾਰ ਅਮਰੀਕਾ ਦੇ ਅੰਦਰ ਰਹਿ ਕੇ ਐਡਜਸਟਮੈਂਟ ਆਫ ਸਟੇਟਸ ਰਾਹੀਂ ਗ੍ਰੀਨ ਕਾਰਡ ਲੈਣਾ ਆਮ ਪ੍ਰਕਿਰਿਆ ਨਹੀਂ, ਸਗੋਂ ਵਿਸ਼ੇਸ਼ ਰਾਹਤ ਮੰਨੀ ਜਾਵੇਗੀ। USCIS ਦੇ ਬੁਲਾਰੇ ਜੈਕ ਕਾਹਲਰ ਨੇ ਇਸ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਕਾਨੂੰਨ ਦੇ ਮੂਲ ਉਦੇਸ਼ ਵੱਲ ਵਾਪਸ ਜਾ ਰਹੀ ਹੈ। ਉਹਨਾਂ ਨੇ ਵੀ ਕਿਹਾ ਹੁਣ ਜ਼ਿਆਦਾਤਰ ਅਸਥਾਈ ਵੀਜ਼ਾ ਧਾਰਕਾਂ ਨੂੰ ਗ੍ਰੀਨ ਕਾਰਡ ਲਈ ਆਪਣੇ ਦੇਸ਼ ਵਿੱਚ ਜਾ ਕੇ ਹੀ ਅਰਜ਼ੀ ਦੇਣੀ ਪਵੇਗੀ, ਸਿਵਾਏ ਕੁਝ ਖਾਸ ਹਾਲਾਤਾਂ ਦੇ। ਹਾਲਾਂਕਿ ਐਮੀ ਬੇਰਾ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਇਹ ਕਿਹਾ ਕਿ ਇਹ ਨੀਤੀ ਉਹਨਾਂ ਲੋਕਾਂ ਦੀ ਹਕੀਕਤ ਨੂੰ ਨਜ਼ਰਅੰਦਾਜ਼ ਕਰਦੀ ਹੈ ਜੋ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ ਲੰਬੇ ਸਮੇਂ ਤੋਂ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹ ਨੀਤੀ ਖਾਸ ਤੌਰ ਤੇ ਡਾਕਟਰਾਂ, ਇੰਜੀਨੀਅਰਸ, ਖੋਜਕਰਤਾ, ਉਦਯੋਗਪਤੀਆਂ ਅਤੇ ਹੋਰ ਉੱਚ ਕੁਸ਼ਲ ਪੇਸ਼ੇਵਰਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਭਾਰਤੀ ਮੂਲ ਦੇ ਐਮੀ ਬੇਰਾ ਨੇ ਕਿਹਾ, ਮੇਰੇ ਮਾਤਾ-ਪਿਤਾ ਭਾਰਤ ਤੋਂ ਅਮਰੀਕਾ ਆਏ ਸਨ। ਮੈਂ ਜਾਣਦਾ ਹਾਂ ਕਿ ਕਾਨੂੰਨੀ ਢੰਗ ਨਾਲ ਆ ਕੇ ਮਿਹਨਤ ਕਰਨ ਵਾਲੇ ਲੋਕ ਅਮਰੀਕਾ ਨੂੰ ਮਜ਼ਬੂਤ ਬਣਾਉਂਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਆਸਾਨ ਅਤੇ ਤੇਜ਼ ਬਣਾਉਣਾ ਚਾਹੀਦਾ ਹੈ ਅਤੇ ਨਾ ਕਿ ਨਵੀਆਂ ਰੁਕਾਵਟਾਂ ਪੈਦਾ ਕਰਨੀਆਂ ਚਾਹੀਦੀਆਂ ਹਨ। ਉਹਨਾਂ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਇਸ ਨੀਤੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ ਅਤੇ ਉਮੀਦ ਹੈ ਕਿ ਅਦਾਲਤ ਇਸ ਦੀ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਰੋਕ ਸਕਦੀ ਹੈ। ਇਸ ਨਵੀਂ ਨੀਤੀ ਨੂੰ ਲੈ ਕੇ ਇਮੀਗ੍ਰੇਸ਼ਨ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਡੈਮੋਕ੍ਰੈਟਿਕ ਨੇਤਾਵਾਂ ਵੱਲੋਂ ਵੀ ਵਿਰੋਧ ਜਤਾਇਆ ਜਾ ਰਿਹਾ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਲੋਕਾਂ ਨੂੰ ਗ੍ਰੀਨ ਕਾਰਡ ਪ੍ਰਕਿਰਿਆ ਦੌਰਾਨ ਦੇਸ਼ ਛੱਡਣਾ ਪਿਆ ਤਾਂ ਪਰਿਵਾਰ ਵੱਖ ਹੋ ਸਕਦੇ ਹਨ, ਰੋਜ਼ਗਾਰ ਅਤੇ ਪੇਸ਼ੇਵਰ ਜੀਵਨ ਪ੍ਰਭਾਵਿਤ ਹੋ ਸਕਦੇ ਹਨ ਅਤੇ ਕੰਪਨੀਆਂ ਲਈ ਵੀ ਅਨਿਸ਼ਚਿਤਤਾ ਵਧੇਗੀ। ਇਸ ਮਾਮਲੇ ਦਾ ਸਭ ਤੋਂ ਵੱਧ ਅਸਰ ਭਾਰਤੀ H-1B ਵੀਜ਼ਾ ਧਾਰਕਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪੈ ਸਕਦਾ ਹੈ, ਕਿਉਂਕਿ ਅਮਰੀਕਾ ਵਿੱਚ ਰੁਕੇ ਹੋਏ ਗ੍ਰੀਨ ਕਾਰਡ ਮਾਮਲਿਆਂ ਵਿੱਚ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਮੰਨੀ ਜਾਂਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਹਾਈਲੀ ਇਨਰਿਚਡ ਯੂਰੇਨੀਅਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਈਰਾਨ ਦਾ ਸੰਵਰਧਿਤ ਯੂਰੇਨੀਅਮ ਜਾਂ ਤਾਂ ਅਮਰੀਕਾ ਨੂੰ ਸੌਂਪਿਆ ਜਾਵੇਗਾ ਜਾਂ ਈਰਾਨ ਵਿੱਚ ਹੀ ਨਸ਼ਟ ਕੀਤਾ ਜਾਵੇਗਾ ਜਾਂ ਫਿਰ ਕਿਸੇ ਹੋਰ ਮਨਜ਼ੂਰਸ਼ੁਦਾ ਸਥਾਨ ਤੇ ਇਸ ਨੂੰ ਖਤਮ ਕੀਤਾ ਜਾਵੇਗਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਲਿਖਿਆ ਕਿ ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਐਟੋਮਿਕ ਐਨਰਜੀ ਕਮਿਸ਼ਨ ਜਾਂ ਇਸ ਦੇ ਸਮਾਨ ਅਧਿਕਾਰਤ ਸੰਸਥਾਨ ਦੀ ਨਿਗਰਾਨੀ ਰਹੇਗੀ। ਉਹਨਾਂ ਨੇ ਵੀ ਕਿਹਾ ਕਿ ਅਮਰੀਕਾ ਈਰਾਨ ਨੂੰ ਇਹ ਯੂਰੇਨੀਅਮ ਰੱਖਣ ਦੀ ਇਜਾਜ਼ਤ ਨਹੀਂ ਦੇਵੇਗਾ। ਟਰੰਪ ਨੇ ਪਿਛਲੇ ਹਫਤੇ ਓਵਲ ਆਫਿਸ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਵੀ ਇਹ ਕਿਹਾ ਸੀ ਕਿ ਅਮਰੀਕਾ ਦੇ ਇਨਰਿਚਡ ਯੂਰੇਨੀਅਮ ਤੇ ਕੋਈ ਸਮਝੌਤਾ ਨਹੀਂ ਕਰੇਗਾ। ਉਹਨਾਂ ਨੇ ਕਿਹਾ ਸੀ, ਅਸੀਂ ਸ਼ਾਇਦ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਨਸ਼ਟ ਕਰ ਦੇਵਾਂਗੇ, ਪਰ ਅਸੀਂ ਈਰਾਨ ਨੂੰ ਇਹ ਨਹੀਂ ਰੱਖਣ ਦੇਵਾਂਗੇ। ਵਾਈਟ ਹਾਊਸ ਵੱਲੋਂ ਹਾਲੀਆ ਦਿਨਾਂ ਵਿੱਚ ਨੋ ਡਸਟ ਨੋ ਡਾਲਰਸ ਵਾਲਾ ਨਾਰਾ ਵੀ ਵਰਤਿਆ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜਦ ਤੱਕ ਈਰਾਨ ਦੇ ਲਗਭਗ 1000 ਪੌਂਡ ਹਾਈਲੀ ਇਨਰਿਚਡ ਯੂਰੇਨੀਅਮ ਦਾ ਨਿਪਟਾਰਾ ਨਹੀਂ ਹੁੰਦਾ, ਤਦ ਤੱਕ ਈਰਾਨ ਨੂੰ ਕਿਸੇ ਵੀ ਤਰ੍ਹਾਂ ਦਾ ਆਰਥਿਕ ਲਾਭ ਜਾਂ ਸੈਕਸ਼ਨਸ ਰਿਲੀਫ ਨਹੀਂ ਦਿੱਤਾ ਜਾਵੇਗਾ। ਰਿਪੋਰਟਾਂ ਦੇ ਮੁਤਾਬਕ ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਕੰਟਰੋਲ ਹੇਠ ਲਿਆਂਦਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਨਿਊਕਲੀਅਰ ਵੈਪਨ ਬਣਾਉਣ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ। ਇਸ ਮਾਮਲੇ ਨੂੰ ਲੈ ਕੇ ਦੁਨੀਆ ਭਰ ਵਿੱਚ ਚਰਚਾ ਤੇਜ਼ ਹੈ ਕਿਉਂਕਿ ਮੱਧ ਪੂਰਬ ਵਿੱਚ ਪਹਿਲਾਂ ਹੀ ਤਣਾਅ ਵਧਿਆ ਹੋਇਆ ਅਤੇ ਅਮਰੀਕਾ ਈਰਾਨ ਸਬੰਧ ਇੱਕ ਵਾਰ ਫੇਰ ਕੇਂਦਰ ਵਿੱਚ ਆ ਗਏ ਹਨ। ਸੋ ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ ਸੰਬੰਧੀ ਚੱਲ ਰਹੀ ਗੱਲਬਾਤ ਵਿਚਕਾਰ ਅਮਰੀਕਾ ਦੀ ਫੌਜ ਨੇ ਦੱਖਣੀ ਈਰਾਨ ਤੇ ਹਮਲਾ ਵੀ ਕਰ ਦਿੱਤਾ ਹੈ। ਜੀ ਹਾਂ, ਰਿਪੋਰਟਾਂ ਦੱਸਦੀਆਂ ਹਨ ਕਿ ਅਮਰੀਕੀ ਫੌਜ ਨੇ ਆਤਮ ਰੱਖਿਆ ਦੇ ਨਾਮ ਤੇ ਦੱਖਣੀ ਈਰਾਨ ਵਿੱਚ ਹਮਲਾ ਕੀਤਾ ਹੈ।
ਸੈਂਟਕੌਮ ਦੇ ਬੁਲਾਰੇ ਕੈਪਟਨ ਟਿਮ ਹਾਂਕਿਸ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਅਮਰੀਕਾ ਨੇ ਆਤਮ ਰੱਖਿਆ ਦੇ ਉਦੇਸ਼ਾਂ ਲਈ ਦੱਖਣੀ ਈਰਾਨ ਵਿੱਚ ਹਮਲੇ ਕੀਤੇ ਹਨ। ਈਰਾਨੀ ਫੌਜ ਦੁਆਰਾ ਪੈਦਾ ਕੀਤੇ ਗਏ ਖਤਰਿਆਂ ਤੋਂ ਆਪਣੇ ਸੈਨਿਕਾਂ ਨੂੰ ਬਚਾਉਣ ਦੇ ਲਈ ਅਮਰੀਕੀ ਫੌਜਾਂ ਨੇ ਦੱਖਣੀ ਈਰਾਨ ਵਿੱਚ ਰੱਖਿਆਤਮਕ ਹਮਲੇ ਸ਼ੁਰੂ ਕੀਤੇ। ਇਨ੍ਹਾਂ ਨਿਸ਼ਾਨਿਆਂ ਵਿੱਚ ਮਿਜ਼ਾਈਲ ਲਾਂਚ ਸਾਈਟਾਂ ਅਤੇ ਸਮੁੰਦਰੀ ਮਾਈਨ ਵਿਛਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਈਰਾਨੀ ਕਿਸ਼ਤੀਆਂ ਸ਼ਾਮਲ ਸਨ। US ਸੈਂਟਰਲ ਕਮਾਂਡ ਮੌਜੂਦਾ ਜੰਗਬੰਦੀ ਦੌਰਾਨ ਸੰਜਮ ਵਰਤਦੇ ਹੋਏ ਆਪਣੇ ਸੈਨਿਕਾਂ ਦਾ ਬਚਾਅ ਕਰਨਾ ਜਾਰੀ ਰੱਖਦੀ ਹੈ। ਅਮਰੀਕਾ ਵਿੱਚ ਹਾਲਾਤ ਬੇਕਾਬੂ ਹੁੰਦੇ ਵੇਖ ਦਰਜਨਾਂ ਸ਼ਹਿਰਾਂ ਵਿੱਚ ਅਲੜਾਂ ਵਾਸਤੇ ਕਰਫਿਊ ਲਾ ਦਿੱਤਾ ਗਿਆ ਅਤੇ ਪੁਲਿਸ ਦੀਆਂ ਗੱਡੀਆਂ ਲਗਾਤਾਰ ਗਸ਼ਤ ਕਰ ਰਹੀਆਂ ਹਨ। ਜੀ ਹਾਂ, ਵਾਸ਼ਿੰਗਟਨ DC ਤੋਂ ਲੈ ਕੇ ਨਿਊ ਜਰਸੀ ਦੇ ਲੌਂਗ ਬ੍ਰਾਂਚ, ਇਲੀਨੋਇਸ ਤੇ ਸ਼ਿਕਾਗੋ ਅਤੇ ਮਿਸ਼ੀਗਨ ਦੇ ਡੈਟਰਾਈਟ ਸ਼ਹਿਰਾਂ ਵਿੱਚ ਸੈਂਕੜੇ ਅਲੜਾਂ ਵੱਲੋਂ ਲੁੱਟ, ਭੰਨਤੋੜ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਅੰਜਾਮ ਦੇਣ ਮਗਰੋਂ ਲੋਕਾਂ ਦੇ ਅੰਦਰ ਖੌਫ ਪੈਦਾ ਕਰ ਦਿੱਤਾ ਹੈ। ਪੁਲਿਸ ਵੱਲੋਂ ਹਿੰਸਾ ਵਿੱਚ ਸ਼ਾਮਲ ਅਲੜਾਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਹੈ ਅਤੇ ਸਭ ਤੋਂ ਜ਼ਿਆਦਾ ਹਿੰਸਾ ਸ਼ਿਕਾਗੋ ਵਿਖੇ ਦੱਸੀ ਜਾ ਰਹੀ ਹੈ। ਸ਼ਿਕਾਗੋ ਪੁਲਿਸ ਨੇ ਦੱਸਿਆ ਕਿ ਸਾਊਥ ਲੂਮਿਸ ਸਟਰੀਟ ਵਿਖੇ ਭੀੜ ਨੂੰ ਖਿੰਡਾਉਣ ਵਿੱਚ ਜੁਟੇ ਲਾਅ ਇਨਫੋਰਸਮੈਂਟ ਅਫਸਰਾਂ ਨੂੰ ਇੱਕ ਅਣਪਛਾਤੇ ਕਾਰ ਡਰਾਈਵਰ ਨੇ ਟੱਕਰ ਮਾਰ ਦਿੱਤੀ। ਹਮਲੇ ਦੌਰਾਨ 5 ਪੁਲਿਸ ਅਫਸਰ ਜ਼ਖਮੀ ਹੋ ਗਏ, ਜਦਕਿ ਡਰਾਈਵਰ ਨੂੰ ਵੀ ਹਸਪਤਾਲ ਲਿਜਾਣਾ ਪਿਆ। ਸ਼ਹਿਰ ਦੇ ਨਾਲ ਸੰਬੰਧਿਤ ਕਈ ਹੈਰਾਨਕੁਨ ਵੀਡੀਓ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਅਲੜਾ ਦੀ ਭੀੜ ਵੱਲੋਂ ਪੁਲਿਸ ਦੀ ਗੱਡੀ ਨੂੰ ਘੇਰਾ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੇ ਵੱਲੋਂ ਪੁਲਿਸ ਦੀ ਗੱਡੀ ਨੂੰ ਘੇਰਿਆ ਗਿਆ। ਕੁਝ ਦਿਨ ਪਹਿਲਾਂ ਇੱਕ ਕਾਰ ਵਿੱਚ ਪਟਾਕਿਆਂ ਨੂੰ ਅੱਗ ਲਾਉਣ ਦੀ ਵਾਰਦਾਤ ਵੀ ਸਾਹਮਣੇ ਆਈ। ਸ਼ਿਕਾਗੋ ਦੇ ਮੇਅਰ ਬ੍ਰੈਡਨ ਜੌਨਸਨ ਵੱਲੋਂ ਨਵੇਂ ਸਿਰੇ ਤੋਂ ਸਮਰ ਸੇਫਟੀ ਪਲਾਨ ਪੇਸ਼ ਕੀਤਾ ਗਿਆ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਅਣਅਧਿਕਾਰਿਤ ਇਕੱਠ ਖਤਰਨਾਕ ਸਾਬਤ ਹੋ ਸਕਦੇ ਹਨ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਸਾਡਾ ਫਰਜ਼ ਹੈ। ਸ਼ਹਿਰ ਵਿੱਚ ਵਸਦੇ ਹਰ ਬਾਲਗ ਨੂੰ ਅਪੀਲ ਕੀਤੀ ਗਈ ਹੈ ਕਿ ਭਾਵੇਂ ਉਹ ਬੱਚਿਆਂ ਦੇ ਮਾਤਾ-ਪਿਤਾ ਨਹੀਂ, ਪਰ ਸ਼ਹਿਰ ਦੇ ਬੱਚਿਆਂ ਨੂੰ ਸੰਭਾਲਣਾ ਸਭਨਾਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਉਧਰ ਵਾਸ਼ਿੰਗਟਨ DC ਵਿਖੇ ਅਲੜਾ ਦੀ ਟੋਲੀ ਵੱਲੋਂ ਖੋਰੂ ਪਾਉਣ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਇੱਕ ਹੋਰ ਵੀਡੀਓ ਵਿੱਚ ਪਿਤਾ ਨੇ ਆਪਣੀ ਬੇਟੀ ਨੂੰ ਗੋਦੀ ਚੁੱਕਿਆ ਹੋਇਆ ਹੈ ਅਤੇ ਬੇਟੇ ਨਾਲ ਆਸਰਾ ਲੱਭਣ ਦੇ ਯਤਨ ਕਰ ਰਿਹਾ ਹੈ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ FBI ਦੀ ਐਂਟਰੀ ਹੋ ਗਈ ਅਤੇ ਜਾਣਕਾਰੀ ਦੇਣ ਵਾਲਿਆਂ ਲਈ $500 ਪ੍ਰਤੀ ਸ਼ੱਕੀ ਦੀ ਇਨਾਮ ਰੱਖ ਦਿੱਤਾ ਗਿਆ। ਇਸ ਤੋਂ ਇਲਾਵਾ ਗ੍ਰਿਫਤਾਰੀ ਨਾਲ ਸੰਬੰਧਿਤ ਹੋਰ ਜਾਣਕਾਰੀ ਦੇਣ ਤੇ $1000 ਵੱਖਰੇ ਤੌਰ ਤੇ ਮਿਲਣਗੇ। ਡਿਸਟ੍ਰਿਕਟ ਆਫ ਕੋਲੰਬੀਆ ਦੇ ਅਟਾਰਨੀ ਵੱਲੋਂ ਹਿੰਸਾ ਵਿੱਚ ਸ਼ਾਮਲ ਕੁਝ ਅਲੜਾ ਦੇ ਮਾਪਿਆਂ ਵਿਰੁੱਧ ਵੀ ਮੁਕੱਦਮਾ ਚਲਾਉਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਚੇਤੇ ਰਹੇ ਕਿ ਮਾਰਚ ਮਹੀਨੇ ਦੌਰਾਨ ਵੀ ਅਲੜਾ ਨੇ ਕਈ ਸ਼ਹਿਰਾਂ ਵਿੱਚ ਖੇਰੂ ਪਾਇਆ ਅਤੇ ਕੁਝ ਅਲੜਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ। ਅਮਰੀਕਾ ਦੀ ਡੈਮੋਕ੍ਰੈਟਿਕ ਪਾਰਟੀ ਵਿੱਚ ਆਉਣ ਵਾਲੀਆਂ ਮਿਡਟਰਮ ਇਲੈਕਸ਼ਨਸ ਤੋਂ ਪਹਿਲਾਂ ਨਵੀਂ ਲੀਡਰਸ਼ਿਪ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਕੋਰੀ ਬੁਕਰ ਨੇ ਇਹ ਕਿਹਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਨੂੰ ਬੇਹੱਦ ਤੁਰੰਤ ਨਵੀਂ ਲੀਡਰਸ਼ਿਪ ਦੀ ਲੋੜ ਹੈ। CNN ਦੇ ਪ੍ਰੋਗਰਾਮ ਸਟੇਟ ਆਫ ਦ ਯੂਨੀਅਨ ਦੌਰਾਨ ਬੁਕਰ ਨੇ ਕਿਹਾ ਕਿ ਲੋਕ ਹੁਣ ਪੁਰਾਣੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ ਅਤੇ ਪਾਰਟੀ ਨੂੰ ਨਵਾਂ ਵਿਜ਼ਨ ਅਤੇ ਨਵੇਂ ਚਿਹਰੇ ਲਿਆਉਣੇ ਪੈਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਉਹਨਾਂ ਆਗੂਆਂ ਨੂੰ ਸਹਿਯੋਗ ਦੇਣਗੇ ਜੋ ਪਾਰਟੀ ਦੀ ਬਜਾਏ ਲੋਕਾਂ ਦੀਆਂ ਸਮੱਸਿਆਵਾਂ ਤੇ ਧਿਆਨ ਦੇਣ। ਬੁਕਰ ਨੇ ਖਾਸ ਤੌਰ ਤੇ ਜੌਨ ਓਸੋਫ, ਜੇਮਸ ਅਤੇ ਰੋਏ ਕੋਪਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਆਗੂ ਡੈਮੋਕ੍ਰੈਟਿਕ ਪਾਰਟੀ ਦਾ ਭਵਿੱਖ ਬਣ ਸਕਦੇ ਹਨ। ਜਦੋਂ ਉਹਨਾਂ ਤੇ ਸੈਨੇਟ ਡੈਮੋਕ੍ਰੈਟਿਕ ਲੀਡਰ ਚੱਕ ਸ਼ੂਮਰ ਤੇ ਭਰੋਸੇ ਬਾਰੇ ਪੁੱਛਿਆ ਗਿਆ ਤਾਂ ਬੁਕਰ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਇਹ ਕਿਹਾ ਇਸ ਵੇਲੇ ਪਾਰਟੀ ਅੰਦਰੂਨੀ ਲੜਾਈਆਂ ਦੀ ਬਜਾਏ ਲੋਕਾਂ ਦੇ ਮੁੱਦਿਆਂ ਤੇ ਧਿਆਨ ਦੇਵੇ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਨੇ 2024 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਵਿੱਚ ਕਮਲਾ ਹੈਰਿਸ ਦੀ ਹਾਰ ਬਾਰੇ ਇੱਕ ਲੰਬੀ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿੱਚ ਪਾਰਟੀ ਦੀਆਂ ਕਈ ਕਮਜ਼ੋਰੀਆਂ ਅਤੇ ਰਣਨੀਤਿਕ ਗਲਤੀਆਂ ਦਾ ਜ਼ਿਕਰ ਕੀਤਾ ਗਿਆ। ਬੁਕਰ ਨੇ ਇਹ ਵੀ ਕਿਹਾ ਕਿ ਅਮਰੀਕਾ ਵਿੱਚ ਲੋਕ ਵੰਡ ਵਾਲੀ ਰਾਜਨੀਤੀ ਤੋਂ ਥੱਕ ਚੁੱਕੇ ਹਨ ਅਤੇ ਹੁਣ ਉਹ ਅਜਿਹੀ ਲੀਡਰਸ਼ਿਪ ਚਾਹੁੰਦੇ ਹਨ ਜੋ ਦੇਸ਼ ਨੂੰ ਇਕੱਠਾ ਕਰ ਸਕੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਆਪਣੀ ਸਿਹਤ ਨੂੰ ਲੈ ਕੇ ਚਰਚਾ ਵਿੱਚ ਹਨ। ਮੰਗਲਵਾਰ ਨੂੰ ਉਹ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਮੈਡੀਕਲ ਅਤੇ ਡੈਂਟਲ ਚੈੱਕਅਪ ਲਈ ਜਾਣ ਵਾਲੇ ਹਨ। ਪਿਛਲੇ 13 ਮਹੀਨਿਆਂ ਵਿੱਚ ਇਹ ਉਹਨਾਂ ਦਾ ਤੀਜਾ ਤੈਅ ਮੈਡੀਕਲ ਦੌਰਾ ਹੋਵੇਗਾ। 79 ਸਾਲ ਦੇ ਟਰੰਪ ਨੂੰ ਲੈ ਕੇ ਕਈ ਡਾਕਟਰਾਂ ਨੇ ਸਵਾਲ ਉਠਾਏ ਹਨ। ਰਿਪੋਰਟ ਮੁਤਾਬਕ ਉਹਨਾਂ ਦੇ ਹੱਥਾਂ ਤੇ ਦਿਖਣ ਵਾਲੇ ਨਿਸ਼ਾਨ, ਲੱਤਾਂ ਵਿੱਚ ਸੂਜਨ ਅਤੇ ਕਈ ਵਾਰ ਥੱਕੇ ਹੋਏ ਦਿਖਾਈ ਦੇਣ ਕਾਰਨ ਮੈਡੀਕਲ ਮਾਹਰ ਹੋਰ ਜਾਣਕਾਰੀ ਦੀ ਮੰਗ ਕਰ ਰਹੇ ਹਨ। ਹਾਲਾਂਕਿ ਵਾਈਟ ਹਾਊਸ ਦਾ ਦਾਅਵਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਸ਼ਾਨਦਾਰ ਸਿਹਤ ਵਿੱਚ ਹਨ। ਪਿਛਲੇ ਸਾਲ ਵੀ ਟਰੰਪ ਨੇ ਵਾਲਟਰ ਰੀਡ ਦਾ ਦੌਰਾ ਕੀਤਾ ਸੀ, ਜਿਸ ਤੋਂ ਬਾਅਦ ਕਾਫੀ ਚਰਚਾ ਹੋਈ ਸੀ। ਵਾਈਟ ਹਾਊਸ ਨੇ ਬਾਅਦ ਵਿੱਚ ਦੱਸਿਆ ਕਿ ਉਹਨਾਂ ਦਾ CT ਸਕੈਨ ਕੀਤਾ ਗਿਆ ਸੀ ਤਾਂ ਜੋ ਦਿਲ ਅਤੇ ਖੂਨ ਦੀਆਂ ਨਸਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਰੱਦ ਕੀਤਾ ਜਾ ਸਕੇ।
ਰਿਪੋਰਟ ਵਿੱਚ ਦੱਸਿਆ ਗਿਆ ਕਿ ਅਮਰੀਕਾ ਵਿੱਚ ਲੋਕਾਂ ਦੇ ਮਨ ਵਿੱਚ ਵੀ ਟਰੰਪ ਦੀ ਮੈਂਟਲ ਫਿਟਨੈਸ ਅਤੇ ਫਿਜ਼ੀਕਲ ਹੈਲਥ ਨੂੰ ਲੈ ਕੇ ਸ਼ੱਕ ਵੱਧ ਰਹੇ ਹਨ। ਇੱਕ ਪੋਲ ਮੁਤਾਬਕ ਪਹਿਲਾਂ ਨਾਲੋਂ ਘੱਟ ਲੋਕ ਮੰਨਦੇ ਹਨ ਕਿ ਉਹ ਪੂਰੀ ਤਰ੍ਹਾਂ ਫਿੱਟ ਹਨ। ਕੁਝ ਮਾਹਰਾਂ ਨੇ ਟਰੰਪ ਦੀਆਂ ਸੁੱਜੀਆਂ ਲੱਤਾਂ ਨੂੰ ਲੈ ਕੇ ਚਿੰਤਾ ਜਤਾਈ ਹੈ। ਵਾਈਟ ਹਾਊਸ ਪਹਿਲਾਂ ਇਸ ਨੂੰ ਕ੍ਰੋਨਿਕ ਵੀਨਸ ਇਨਸਫੀਸ਼ੀਐਂਸੀ ਕਹਿ ਚੁੱਕਿਆ ਹੈ, ਜੋ ਵੱਡੀ ਉਮਰ ਨਾਲ ਸੰਬੰਧਿਤ ਇੱਕ ਹਲਕੀ ਬਿਮਾਰੀ ਮੰਨੀ ਜਾਂਦੀ ਹੈ। ਪਰ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਜੇ ਹਾਲਤ ਜਿਹੜੀ ਹੈ ਉਹ ਵੱਧਦੀ ਹੈ ਤਾਂ ਹੋਰ ਡੂੰਘੇ ਟੈਸਟਾਂ ਦੀ ਲੋੜ ਪੈ ਸਕਦੀ ਹੈ। ਟਰੰਪ ਖੁਦ ਹਮੇਸ਼ਾ ਆਪਣੀ ਸਿਹਤ ਨੂੰ ਆਪਣੀ ਤਾਕਤ ਵਜੋਂ ਪੇਸ਼ ਕਰਦੇ ਰਹੇ ਹਨ। ਉਹ ਅਕਸਰ ਆਪਣੇ ਟੈਸਟ ਦੇ ਨਤੀਜਿਆਂ ਦਾ ਜ਼ਿਕਰ ਕਰਦੇ ਹਨ ਅਤੇ ਕਹਿੰਦੇ ਹਨ ਕਿ ਮੈਂਟਲੀ ਬਿਲਕੁਲ ਸ਼ਾਰਪ ਹਨ। ਵਾਈਟ ਹਾਊਸ ਹੀ ਲਗਾਤਾਰ ਇਹੀ ਕਹਿ ਰਿਹਾ ਵਾਈਟ ਹਾਊਸ ਕਿ ਪ੍ਰੈਜ਼ੀਡੈਂਟ ਦੀ ਸਿਹਤ ਬਾਰੇ ਫੈਲ ਰਹੀਆਂ ਕਈ ਗੱਲਾਂ ਸਿਰਫ ਅਫਵਾਹਾਂ ਹਨ। ਅਮਰੀਕਾ ਤੇ ਕੈਨੇਡਾ ਦੀਆਂ ਸਰਹੱਦੀ ਸੁਰੱਖਿਆ ਏਜੰਸੀਆਂ ਨੇ ਅਪਰਾਧ, ਪਰੇਸ਼ਾਨ ਕਰਨ ਅਤੇ ਹੋਰ ਅਪਰਾਧਾਂ ਦੀਆਂ ਵੱਧਦੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਚਿੰਤਾਵਾਂ ਤੋਂ ਬਾਅਦ ਨਿਰੀਖਣ ਤੇਜ਼ ਕਰ ਦਿੱਤਾ ਹੈ। ਜਾਂਚ ਦੌਰਾਨ ਅਧਿਕਾਰੀ ਕਥਿਤ ਤੌਰ ਤੇ ਡਰਾਈਵਰਾਂ ਦੇ ਲੈਪਟਾਪ, ਮੋਬਾਈਲ ਫੋਨਾਂ ਦੀ ਅਸ਼ਲੀਲ ਸਮੱਗਰੀ, ਸ਼ੱਕੀ WhatsApp ਗਰੁੱਪ, ਨਾਬਾਲਗਾਂ ਦੇ ਨਾਲ ਸੰਬੰਧਿਤ ਗੈਰ ਕਾਨੂੰਨੀ ਸਮੱਗਰੀ, ਅੱਤਵਾਦ ਨਾਲ ਸੰਬੰਧਿਤ ਜਾਣਕਾਰੀ, ਅੰਤਰਰਾਸ਼ਟਰੀ ਵਿੱਤੀ ਅਪਰਾਧਾਂ ਬਾਰੇ ਜਾਂ ਹਥਿਆਰਾਂ ਨਾਲ ਸੰਬੰਧਿਤ ਸਮੱਗਰੀ ਦੀ ਜਾਂਚ ਕਰ ਰਹੇ ਹਨ। ਨੋਵਾ ਸਕੋਸ਼ੀਆ ਦੀ ਇੱਕ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਨ ਵਾਲੇ ਪੰਜਾਬੀ ਟਰੱਕ ਡਰਾਈਵਰ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਇਸ ਬਾਰੇ ਗੰਭੀਰ ਸਥਿਤੀ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਬਾਰਡਰ ਤੇ ਹੁਣ ਮੋਬਾਈਲ ਫੋਨਾਂ ਦੀ ਰੈਂਡਮ ਚੈਕਿੰਗ ਬਹੁਤ ਜ਼ਿਆਦਾ ਵੱਧ ਗਈ ਹੈ। ਕੰਪਨੀਆਂ ਨੇ ਵੀ ਆਪਣੇ ਸਾਰੇ ਡਰਾਈਵਰਾਂ ਨੂੰ ਅਧਿਕਾਰਤ ਈਮੇਲ ਭੇਜ ਕੇ ਵਾਰਨਿੰਗ ਦਿੱਤੀ ਹੈ ਕਿ ਬਾਰਡਰ ਕ੍ਰੋਸ ਕਰਨ ਤੋਂ ਪਹਿਲਾਂ ਆਪਣੇ ਫੋਨ ਪੂਰੀ ਤਰ੍ਹਾਂ ਕਲੀਨ ਰੱਖਣ। ਜੇ ਫੋਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਸ਼ਲੀਲਤਾ, ਹਥਿਆਰਾਂ ਦੀਆਂ ਫੋਟੋਆਂ, ਗੈਂਗਸਟਰ ਕਲਚਰ ਨਾਲ ਸੰਬੰਧਿਤ ਚੈਟਸ ਜਾਂ ਕੋਈ ਸ਼ੱਕੀ WhatsApp ਗਰੁੱਪ ਮਿਲਦਾ ਹੈ ਤਾਂ ਅਮਰੀਕੀ ਅਧਿਕਾਰੀ ਸਖਤ ਲੀਗਲ ਐਕਸ਼ਨ ਲੈ ਰਹੇ ਹਨ। ਪੰਜਾਬੀ ਭਾਈਚਾਰੇ ਨੂੰ ਧਿਆਨ ਦੇ ਲਈ ਉਸਨੇ ਕਿਹਾ। ਉਹਨਾਂ ਨੇ ਦੱਸਿਆ ਕਿ ਪੰਜਾਬ ਜਾਂ ਭਾਰਤ ਵਿੱਚ ਅਕਸਰ ਰਿਸ਼ਤੇਦਾਰ ਪਰਿਵਾਰ ਵਿੱਚ ਨਵੇਂ ਜੰਮੇ ਬੱਚਿਆਂ ਜਾਂ ਛੋਟੇ ਬੱਚਿਆਂ ਦੀਆਂ ਬਿਨਾਂ ਕੱਪੜਿਆਂ ਦੀਆਂ ਫੋਟੋਆਂ WhatsApp ਤੇ ਸ਼ੇਅਰ ਕਰ ਦਿੰਦੇ ਹਨ। ਪਰ ਕੈਨੇਡਾ ਤੇ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ ਅਜਿਹੀਆਂ ਫੋਟੋਆਂ ਨੂੰ ਚਾਈਲਡ ਪੋਰਨੋਗ੍ਰਾਫੀ ਦੇ ਦਾਇਰੇ ਵਿੱਚ ਰੱਖਿਆ ਜਾਂਦਾ ਹੈ। ਅਜਿਹਾ ਮਟੀਰੀਅਲ ਫੋਨ ਵਿੱਚ ਹੋਣ ਤੇ ਡਰਾਈਵਰਾਂ ਨੂੰ ਸਿੱਧਾ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਅਮਰੀਕੀ ਬਾਰਡਰ ਸਿਕਿਉਰਿਟੀ ਵੱਲੋਂ ਜਾਰੀ ਕੀਤੇ ਗਏ ਡੇਟਾ ਦੇ ਮੁਤਾਬਕ ਉਹਨਾਂ ਨੇ ਪਿਛਲੇ ਸਾਲ ਦੌਰਾਨ ਲਗਭਗ 55,000 ਅਤੇ ਇਸ ਸਾਲ ਤਕਰੀਬਨ ਬਹੁਤ ਜ਼ਿਆਦਾ ਗਿਣਤੀ ਵਿੱਚ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂ ਡਿਜੀਟਲ ਚੈਕਿੰਗ ਕੀਤੀ ਹੈ। ਜੇ ਬਾਰਡਰ ਅਧਿਕਾਰੀ ਨੂੰ ਕਿਸੇ ਡਰਾਈਵਰ ਤੇ ਥੋੜਾ ਜਿਹਾ ਵੀ ਸ਼ੱਕ ਹੁੰਦਾ ਹੈ ਤਾਂ ਉਹ ਜਾਂਚ ਲਈ ਫੋਨ ਨੂੰ 3-4 ਘੰਟੇ ਆਪਣੇ ਕੋਲ ਰੱਖ ਸਕਦੇ ਹਨ। ਡਰਾਈਵਰ ਫੋਨ ਦਾ ਪਾਸਵਰਡ ਜਾਂ ਪਿਨ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਜੇ ਕੋਈ ਡਰਾਈਵਰ ਆਪਣਾ ਫੋਨ ਚੈੱਕ ਕਰਵਾਉਣ ਤੋਂ ਮਨਾ ਕਰਦਾ ਹੈ ਤਾਂ ਅਧਿਕਾਰੀਆਂ ਦੇ ਕੋਲ ਉਸ ਨੂੰ US ਵਿੱਚ ਐਂਟਰੀ ਦੇਣ ਤੋਂ ਰੋਕਣ ਅਤੇ ਉਸ ਦਾ ਡਿਵਾਈਸ ਜ਼ਬਤ ਕਰਨ ਦਾ ਪੂਰਾ ਅਧਿਕਾਰ ਹੈ। ਜੇ ਫੋਨ ਵਿੱਚ ਕੋਈ ਗੰਭੀਰ ਡੇਟਾ ਮਿਲਦਾ ਹੈ ਤਾਂ ਫੋਨ ਨੂੰ ਫੋਰੈਂਸਿਕ ਲੈਬ ਭੇਜ ਦਿੱਤਾ ਜਾਂਦਾ ਹੈ ਅਤੇ ਡਰਾਈਵਰ ਤੇ 5 ਸਾਲ ਤੋਂ ਲੈ ਕੇ ਉਮਰ ਭਰ ਤੱਕ ਦਾ ਬੈਨ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਫੋਨ ਦੀਆਂ ਚੈਟਾਂ ਜਾਂ ਈਮੇਲ ਤੋਂ ਇਹ ਪਤਾ ਲੱਗਦਾ ਹੈ ਕਿ ਡਰਾਈਵਰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਕੰਮ ਕਰਨ ਜਾਂ ਸੈਟਲ ਹੋਣ ਦੀ ਪਲੈਨਿੰਗ ਕਰ ਰਿਹਾ ਹੈ ਤਾਂ ਵੀ ਵਰਕ ਪਰਮਿਟ ਜਾਂ PR ਹੋਲਡਰਾਂ ਦੇ ਵੀਜ਼ੇ ਤੁਰੰਤ ਰੱਦ ਕਰ ਦਿੱਤੇ ਜਾਂਦੇ ਹਨ। ਨਾਲ ਹੀ ਡਰਾਈਵਰਾਂ ਨੂੰ ਆਪਣੇ ਟਰੱਕ ਵਿੱਚ ਰੱਖੀਆਂ ਮੈਡੀਸਨ ਲਈ ਡਾਕਟਰ ਦੀ ਪਰਚੀ ਯਾਨੀ ਪ੍ਰਿਸਕ੍ਰਿਪਸ਼ਨਸ ਕੋਲ ਰੱਖਣਾ ਲਾਜ਼ਮੀ ਕੀਤਾ ਗਿਆ ਹੈ, ਨਹੀਂ ਤਾਂ ਡਰੱਗ ਟ੍ਰੈਫਿਕਿੰਗ ਦੇ ਸ਼ੱਕ ਹੇਠ ਕਾਰਵਾਈ ਹੋ ਸਕਦੀ ਹੈ। ਮੈਮੋਰੀਅਲ ਡੇ ਮੌਕੇ ਪੂਰੇ ਅਮਰੀਕਾ ਵਿੱਚ ਸ਼ਹੀਦ ਫੌਜੀਆਂ ਨੂੰ ਯਾਦ ਕੀਤਾ ਗਿਆ। ਦੇਸ਼ ਭਰ ਵਿੱਚ ਪਰੇਡਾਂ, ਸਮਾਗਮ, ਬ੍ਰੈਥ ਲੇਇੰਗ ਸੈਰੇਮਨੀਜ਼ ਅਤੇ ਰਿਮੈਂਬਰੈਂਸ ਇਵੈਂਟਸ ਕਰਵਾਏ ਗਏ। ਵਾਸ਼ਿੰਗਟਨ DC ਵਿੱਚ ਡੋਨਾਲਡ ਟਰੰਪ ਨੇ ਐਲਿੰਗਟਨ ਨੈਸ਼ਨਲ ਸੈਮੇਟਰੀ ਵਿੱਚ ਟੌਂਬ ਆਫ ਦ ਅਨਨੋਨ ਸੋਲਜਰਸ ਤੇ ਬ੍ਰੈਥ ਚੜਾ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉੱਥੇ ਨੈਸ਼ਨਲ ਮੈਮੋਰੀਅਲ ਡੇ ਆਬਜ਼ਰਵੈਂਸ ਵੀ ਕੀਤਾ ਗਿਆ। ਸ਼ਿਕਾਗੋ, ਹਿਊਸਟਨ, ਅਟਲਾਂਟਾ, ਬੋਸਟਨ ਅਤੇ ਹੋਰ ਕਈ ਸ਼ਹਿਰਾਂ ਵਿੱਚ ਮੈਮੋਰੀਅਲ ਡੇ ਪਰੇਡਸ ਅਤੇ ਮਿਲਟਰੀ ਸੈਰੇਮਨੀਜ਼ ਹੋਈਆਂ, ਜਿੱਥੇ ਵੈਟਰਨਸ, ਫੌਜੀ ਪਰਿਵਾਰਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਅਮਰੀਕਾ ਵਿੱਚ ਮੈਮੋਰੀਅਲ ਡੇ ਹਰ ਸਾਲ ਮਈ ਮਹੀਨੇ ਦੇ ਆਖਰੀ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਉਹਨਾਂ ਅਮਰੀਕੀ ਫੌਜੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਇਸ ਦੀ ਸ਼ੁਰੂਆਤ ਸਿਵਲ ਵਾਰ ਤੋਂ ਬਾਅਦ ਡੈਕੋਰੇਸ਼ਨ ਡੇ ਵਜੋਂ ਹੋਈ ਸੀ। ਦੇਸ਼ ਭਰ ਵਿੱਚ ਅਮਰੀਕਨ ਫਲੈਗਸ ਅੱਧੇ ਝੁਕਾਏ ਗਏ ਸਨ। ਅਮਰੀਕੀ ਪਰੰਪਰਾ ਮੁਤਾਬਕ ਸਵੇਰੇ ਫਲੈਗਸ ਹਾਫ ਸਟਾਫ ਰੱਖੇ ਗਏ ਅਤੇ ਦੁਪਹਿਰ ਤੋਂ ਬਾਅਦ ਮੁੜ ਫੁੱਲ ਸਟਾਫ ਕੀਤੇ ਗਏ, ਜੋ ਸ਼ਹੀਦਾਂ ਦੀ ਯਾਦ ਅਤੇ ਦੇਸ਼ ਦੀ ਹਿੰਮਤ ਦਾ ਪ੍ਰਤੀਕ ਮੰਨੇ ਗਏ। ਇਸ ਦਿਨ ਨੂੰ ਅਮਰੀਕਾ ਵਿੱਚ ਅਨਆਫੀਸ਼ੀਅਲ ਸਟਾਰਟ ਆਫ ਸਮਰ ਵੀ ਮੰਨਿਆ ਗਿਆ। ਲੱਖਾਂ ਲੋਕ ਹੌਲੀਡੇ ਵੀਕਐਂਡ ਦੌਰਾਨ ਯਾਤਰਾ ਤੇ ਨਿਕਲੇ। ਹਾਲਾਂਕਿ ਮੈਮੋਰੀਅਲ ਡੇ ਦਾ ਅਸਲ ਮਕਸਦ ਦੇਸ਼ ਲਈ ਕੁਰਬਾਨੀ ਦੇਣ ਵਾਲੇ ਫੌਜੀਆਂ ਨੂੰ ਯਾਦ ਕਰਨਾ ਰਿਹਾ।
ईरान के राष्ट्रपति मसूद ने लगभग 90 दिनों तो चल रहे इंटरनेट ब्लैकआउट तो बाद अंतरराष्ट्रीय इंटरनेट एक्सेस मुड़ खोलने के हुक्म जारी किए हैं। यह जानकारी ईरानी स्टेट मीडिया वालों दी गई है। रिपोर्टां के मुताबिक ईरान में जनवरी 2026 तो इंटरनेट के कड़ियां पाबंदियां लगाई गई सन। पहला यह रोक सरकार विरोधी प्रदर्शनों तो बाद लाई गई सी अते फिर अमेरिका ते इजराइल दे नाल जंगी तनाव अते हमलिਆਂ तो बाद इसनूं होर सख्त कर दिता गया। नेटब्लॉक्स के अनुसार ईरान के ਲੱਖਾਂ लोग लगभग 87 दिन तक ग्लोबल इंटरनेट सेवावां तो कटे रहे। इस दौरान लोगों को सोशल मीडिया, विदेशी वैबसाइटां ते कई अंतरराष्ट्रीय एप्लीकेशनां तक पहुंच नहीं मिल रही सी। हालांकि हुण इंटरनेट मुड़ खोलण का ऐलान हो गया, पर यह हाले स्पष्ट नहीं है कि पूरी सेवा कदों अते कितनी हद तक बहाल होवेगी। रिपोर्टां दसदियां हन कि ईरान विच आम हालात दौरान भी कई वैबसाइटां अते सोशल मीडिया प्लेटफॉर्मां ते सेंसरशिप रहिंदी है अते सरकार अपने नैशनल इंटरनेट नैटवर्क नूं लगातार मजबूत कर रही है। माहरा का कहना है कि लंबे समय तक इंटरनेट बंद रहने कारण देश की अर्थव्यवस्था, ऑनलाइन कारोबार, सिक्ख्या अते आम संचार प्रणाली ते वड्डा असर पिया। इस नाल लोकां विच नाराजगी भी वधी है अते अंतरराष्ट्रीय पद्धर ते भी ईरान सरकार ते दबाव बनिया रहा। पोप लियो ने आर्टिफिशियल इंटैलीजेंस ਨੂੰ ਲੈ ਕੇ ਦੁਨੀਆ ਨੂੰ ਵੱਡੀ ਚੇਤਾਵਨੀ ਦਿੱਤੀ ਹੈ। पोप ने कहा कि AI ਦੇ ਤੇਜ਼ੀ ਨਾਲ ਵੱਧਦੇ ਇਸਤੇਮਾਲ ਕਾਰਨ ਕੁਝ ਅਜਿਹੇ ਹਥਿਆਰ ਬਣ ਰਹੇ ਹਨ ਜੋ ਮਨੁੱਖੀ ਕੰਟਰੋਲ ਤੋਂ ਵੀ ਬਾਹਰ ਜਾ ਸਕਦੇ ਹਨ। ਉਹਨਾਂ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ AI ਤੇ ਸਖਤ ਨਿਯਮ ਬਣਾਉਣ ਦੀ ਅਪੀਲ ਕੀਤੀ ਹੈ। पोप ने कहा कि जेकर आर्टिफिशियल इंटैलीजेंस ਨੂੰ ਬਿਨਾਂ ਨਿਯਮਾਂ ਦੇ ਛੱਡ ਦਿੱਤਾ ਗਿਆ ਤਾਂ ਭਵਿੱਖ ਵਿੱਚ ਇਹ ਮਨੁੱਖਤਾ ਲਈ ਖਤਰਾ ਬਣ ਸਕਦੀ ਹੈ। ਖਾਸ ਕਰਕੇ ਜੰਗੀ ਟੈਕਨੋਲੋਜੀ ਵਿੱਚ AI ਦੇ ਇਸਤੇਮਾਲ ਨੂੰ ਲੈ ਕੇ ਉਹਨਾਂ ਨੇ ਗੰਭੀਰ ਚਿੰਤਾ जताई है। उन्होंने मुताबिक अज कई अजिहे ऑटोमेटेड वैपन सिस्टम्स तैयार हो रहे हैं जो अपने आप टारगेट चुन सकते हैं अते हमले कर सकते हैं। पोप ने कहा कि जंग अते हथियारां नाल जुड़े फैसले हमेशा इंसानी जिम्मेवारी हेठ रहने चाहिए हैं, ना कि मशीनां दे हवाले। पोप ने यह भी कहा कि AI सिर्फ टैक्नोलॉजी का मसला नहीं है, सगों यह मनुखी अधिकारां, नैतिकता अते लोकां दी सुरक्षा नाल भी जुड़िया होया है। उन्होंने अंतरराष्ट्रीय पद्धर ते इकट्ठे होकर AI ਲਈ ਸਾਂਝੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਦੁਨੀਆ ਭਰ ਵਿੱਚ ਇਸ ਵੇਲੇ AI ਨੂੰ ਲੈ ਕੇ ਵੱਡੀ ਚਰਚਾ ਚੱਲ ਰਹੀ ਹੈ। ਅਮਰੀਕਾ, ਯੂਰਪ ਅਤੇ ਚੀਨ ਵਰਗੇ ਦੇਸ਼ ਤੇਜ਼ੀ ਨਾਲ AI ਟੈਕਨੋਲੋਜੀ ਵਿੱਚ ਅੱਗੇ ਵਧ ਰਹੇ ਹਨ, ਜਦਕਿ ਕਈ ਬਾਹਰ ਚੇਤਾਵਨੀ ਦੇ ਰਹੇ ਹਨ ਕਿ ਬਿਨਾਂ ਨਿਯਮਾਂ ਦੇ ਇਹ ਟੈਕਨੋਲੋਜੀ ਭਵਿੱਖ ਵਿੱਚ ਵੱਡੇ ਖਤਰੇ ਪੈਦਾ ਕਰ ਸਕਦੀ ਹੈ। ਅਮਰੀਕਾ, ਇੰਗਲੈਂਡ ਵਰਗੇ ਦੇਸ਼ ਜਿੱਥੇ ਆਪਣੇ ਇਮੀਗ੍ਰੇਸ਼ਨ ਨਿਯਮ ਸਖਤ ਕਰਦੇ ਜਾ ਰਹੇ ਹਨ, ਉੱਥੇ ਰੂਸ ਦੀ ਸਰਕਾਰ ਨੇ ਅੰਤਰਰਾਸ਼ਟਰੀ ਸਬੰਧਾਂ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਡਾ ਐਲਾਨ ਕੀਤਾ ਹੈ। ਰੂਸ ਨੇ ਵਿਦੇਸ਼ੀ ਨਾਗਰਿਕਾਂ ਤੇ ਬਿਨਾਂ ਨਾਗਰਿਕਤਾ ਵਾਲੇ ਵਿਅਕਤੀਆਂ ਲਈ ਵੀਜ਼ਾ ਨਿਯਮਾਂ ਵਿੱਚ ਵੱਡੀ ਰਾਹਤ ਦਿੱਤੀ ਹੈ। ਰੂਸੀ ਪ੍ਰਸ਼ਾਸਨ ਵੱਲੋਂ ਜਾਰੀ ਅਧਿਕਾਰਤ ਬਿਆਨ ਦੇ ਮੁਤਾਬਕ ਹੁਣ ਉਹਨਾਂ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਜਿਨ੍ਹਾਂ ਨੂੰ ਰੂਸ ਵਿੱਚ ਪਰਸਨਸ ਆਫ ਇੰਟਰਸਟ ਯਾਨੀ ਕਿ देश के हित विच जा व्यापार लई अहम व्यक्ति वजों मानता दी गई है, 1 साल की म्याद वाला मल्टीपल एंट्री बिजनेस वीज़ा जारी किया जाएगा। इस नवी वीज़ा नीति की सब तो खास गल यह है कि यह सहूलत सिर्फ व्यापारियों या संबंधित व्यक्तियों तक ही सीमित नहीं रहेगी, बल्कि उन्होंने परिवारक मैंबर भी इस 1 साल के मल्टीपल एंट्री वीज़ा लिए अप्लाई करने के योग होंगे। मल्टीपल एंट्री वीज़ा मिलन तो बाद विदेशी कारोबारी ਅਤੇ ਉਹਨਾਂ ਦੇ ਪਰਿਵਾਰ 1 ਸਾਲ ਦੇ ਅੰਦਰ ਜਿੰਨੀ ਵਾਰ ਚਾਹਣ ਬਿਨਾਂ ਕਿਸੇ ਰੁਕਾਵਟ ਦੇ ਰੂਸ ਆ ਜਾਣਗੇ। ਉਹਨਾਂ ਨੂੰ ਹਰ ਵਾਰ ਨਵਾਂ ਵੀਜ਼ਾ ਲੈਣ ਦੀ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ। ਮਹਾਰਾ ਦੇ ਮੁਤਾਬਕ ਮੌਜੂਦਾ ਗਲੋਬਲ ਹਾਲਾਤ ਅਤੇ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਆਰਥਿਕ ਪਾਬੰਦੀਆਂ ਦੇ ਵਿਚਕਾਰ ਰੂਸ ਦਾ ਕਦਮ ਦੁਨੀਆ ਭਰ ਦੇ ਨਿਵੇਸ਼ਕਾਂ, ਉਦਯੋਗਪਤੀਆਂ ਅਤੇ ਤਕਨੀਕੀ ਮਾਹਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਇੱਕ ਵੱਡੀ ਰਣਨੀਤੀ ਦਾ ਹਿੱਸਾ ਹੈ। इस फैसले नाल भारत समेत रूस के दोस्ताना देशों के व्यापारियों को रूस विच अपने कारोबार का विस्तार करने विच भी वड्डी मदद मिलेगी। इस समय जो पूरी भारत विच गर्मी कहर टा रही है तो गर्मी दीयां छुट्टियां तो पहला एक वड्डी खबर सामने आई है। श्रीलंका सरकार ने सोमवार को ऐलान किया है कि 40 देशों के जिन्हां यात्रियों को 30 दिन लई वैलिड मुफ्त वीज़ा ऑन अराइवल दिता जाएगा। उन्हां च भारतीय सैलानी भी शामिल हैं। जी हाँ, इमीग्रेशन ते इमीग्रेशन विभाग ने कहा कि श्रीलंका नाल दुवल्ले आपसी समझौते वाले देशों जिवें कि सिंगापुर, मालदीव ते ਸੈਸ਼ੇਲਸ ਦੇ ਸਾਰੇ ਯਾਤਰੀਆਂ ਸਮੇਤ 40 ਦੇਸ਼ਾਂ ਦੇ ਨਾਗਰਿਕਾਂ ਲਈ ਆਗਮਨ ਤੋਂ ਪਹਿਲਾਂ ਇਲੈਕਟ੍ਰੋਨਿਕ ਯਾਤਰਾ ਮਨਜ਼ੂਰੀ ਪ੍ਰਾਪਤ ਕਰਨਾ ਲਾਜ਼ਮੀ ਹੈ। ਇਸ ਵਿਵਸਥਾ ਤਹਿਤ ਸੈਲਾਨੀਆਂ ਨੂੰ ਪਹਿਲੇ ਆਗਮਨ ਦੀ ਮਿਤੀ ਤੋਂ 2 ਵਾਰ ਐਂਟਰੀ ਦੀ ਸਹੂਲਤ ਦੇ ਨਾਲ 30 ਦਿਨਾਂ ਦਾ ਮੁਫਤ ਵੀਜ਼ਾ ਮਿਲੇਗਾ। श्रीलंका आने वाले विदेशी सैलानियों लिए भारत अजे भी सब तो बड़ा स्रोत बाजार बनया होया है। भारत के अलावा होरना देशों में रूस, ब्रिटेन, अमेरिका, जर्मनी, चीन ते डेनमार्क भी श्रीलंका की इस लिस्ट में शामिल हैं। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਸਕੂਲਾਂ ਅੰਦਰ
ਮਸਨੂਈ ਬੁੱਧੀ ਯਾਨੀ ਕਿ AI ਟੈਕਨੋਲੋਜੀ ਦੇ ਗਲਤ ਇਸਤੇਮਾਲ ਨੂੰ ਲੈ ਕੇ ਵੱਡੀ ਚਿੰਤਾ ਸਾਹਮਣੇ ਆਈ ਹੈ। ਇੱਕ ਸਰਵੇਖਣ ਦੇ ਅਨੁਸਾਰ ਲਗਭਗ 50% ਅਧਿਆਪਕਾਂ ਨੇ ਮੰਨਿਆ ਹੈ ਕਿ ਉਹ ਵਿਦਿਆਰਥੀਆਂ ਨੂੰ ChatGPT ਵਰਗੇ AI ਟੂਲਾਂ ਦੀ ਮਦਦ ਨਾਲ ਨਕਲ ਕਰਨ ਤੋਂ ਰੋਕਣ ਵਿੱਚ ਅਸਮਰਥ ਮਹਿਸੂਸ ਕਰਦੇ ਹਨ। ਕਈ ਅਧਿਆਪਕਾਂ ਨੇ ਇਹ ਵੀ ਕਿਹਾ ਹੈ ਕਿ AI ਦੇ ਨਾਲ ਤਿਆਰ ਕੀਤੇ ਕੰਮ ਦੀ ਪਛਾਣ ਬਹੁਤ ਮੁਸ਼ਕਿਲ ਜਾਂ ਲਗਭਗ ਅਸੰਭਵ ਬਣ ਗਈ ਹੈ। ਸਿੱਖਿਆ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਵਿਦਿਆਰਥੀਆਂ ਦੀ ਸੋਚਣ, ਲਿਖਣ ਅਤੇ ਖੁਦ ਸਿੱਖਣ ਦੀ ਯੋਗਤਾ ਕਮਜ਼ੋਰ ਹੋ ਸਕਦੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਬੱਚੇ ਹੁਣ ਆਪਣੀ ਮਿਹਨਤ ਦੀ ਬਜਾਏ ਟੈਕਨੋਲੋਜੀ ਤੇ ਵੱਧ ਨਿਰਭਰ ਹੋ ਰਹੇ ਹਨ, ਜਿਸ ਨਾਲ ਪੂਰੀ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ। ਸੂਬੇ ਦੇ ਸਿੱਖਿਆ ਵਿਭਾਗ ਨੇ ਮੰਨਿਆ ਹੈ ਕਿ AI ਹੁਣ ਸਿੱਖਿਆ ਦਾ ਹਿੱਸਾ ਬਣ ਚੁੱਕਿਆ ਹੈ, ਯਾਨੀ ਕਿ ਮਸਨੂਈ ਬੁੱਧੀ ਇਹ ਜੋ ਹੈ ਹੁਣ ਸਿੱਖਿਆ ਦਾ ਹਿੱਸਾ ਬਣ ਗਿਆ ਹੈ, ਪਰ ਇਸ ਦੀ ਵਰਤੋਂ ਲਈ ਸਖਤ ਨਿਯਮ ਅਤੇ ਨਿਗਰਾਨੀ ਲੋੜੀਂਦੀ ਹੈ। ਸਰਕਾਰ ਦਾ ਇਹ ਕਹਿਣਾ ਹੈ ਕਿ ਸਕੂਲਾਂ ਨੂੰ ਨਵੀਆਂ ਗਾਈਡਲਾਈਨਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਮਸਨੂਈ ਬੁੱਧੀ ਦੀ ਜ਼ਿੰਮੇਵਾਰ ਵਰਤੋਂ ਯਕੀਨੀ ਬਣਾਈ ਜਾ ਸਕੇ। ਕੁਝ ਸਕੂਲਾਂ ਵਿੱਚ ਹੱਥ ਲਿਖੇ ਟੈਸਟ, ਮੌਖਿਕ ਪ੍ਰੀਖਿਆਵਾਂ ਅਤੇ ਕਲਾਸਰੂਮ ਆਧਾਰਿਤ ਮੁਲਾਂਕਣ ਵਧਾਉਣ ਉੱਤੇ ਵੀ ਵਿਚਾਰ ਹੋ ਰਿਹਾ ਹੈ। ਕਲਾਸਰੂਮ ਮੁਲਾਂਕਣ ਵਧਾਉਣ ਉੱਤੇ ਜ਼ੋਰ ਦੇ ਰਹੀ ਹੈ ਤਾਂ ਜੋ ਵਿਦਿਆਰਥੀਆਂ ਦੀ ਅਸਲੀ ਯੋਗਤਾ ਸਾਹਮਣੇ ਆ ਸਕੇ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। IPTV ਬਾਕਸ ਤੋਂ ਇਲਾਵਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ YouTube, TikTok, Facebook, Instagram ਤੇ ਵੀ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਤਾਜ਼ਾ ਖਬਰ ਤੇ ਸਾਡੇ ਖਾਸ ਪ੍ਰੋਗਰਾਮ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਇਸ ਦੇ ਨਾਲ ਹੀ ਅੱਜ ਲਈ ਨਹੀਂ, ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।